गुरु रूप प्यारी साध संगत जी, आओ सारे गज वज के प्यार नाल बोलो जी। जय गुरुदेव, धन गुरुदेव, जय संतां दी। अज एक वारी फिर साडे उपर मालक खालक ने सतगुरां ने किरपा कीती है। असीं फिर मिल बैठ के विचारां करन दे लई सानूं शुभ अवसर मालक ने बख्शिया। और साध संगत दास हमेशा बेनती करता है कि जद भी विचार करनी हुंदी है अपने नाल करनी है। कोई भी गल असीं किसे ते नहीं लगा सकदे। आ हुण करोना दी बीमारी सी और संत जनों, जिसनूं भी वैक्सीनेशन लग जाएगा, टीका लग जाएगा, उसकी प्रोटैक्शन होएगी। फर्ज करो मैं अपने बच्चों नूं बहुत प्यार करदा हां, उन्हां वास्ते ही सब कुछ अर्जित भी कीता होया है, पर वो जिहड़ा टीका है वो केवल मैनूं ही प्रोटैक्ट करेगा। मैं लख कोशिश करां, उन्हां नूं नहीं कर सकदा। इसे तरह ही दुनिया दे विच धर्म दे मार्ग ते चलण लई सानूं सारिआं नूं अपने आप वल वेखण दी जरूरत है। असीं धर्म दे मार्ग ते चलना है। साध संगत 2020 दे विच सारा साल ही तकरीबन लॉकडाउन विच और करोना दे भै दे विच ही लंघिया है। अनेकां जिन्हां बारे असीं कदे सोचिआ नहीं सी कि उन्हां दा साथ साडे तो छुट जाएगा। साडे अपने नीयर एंड डीयर वो साडी लख कोशिश करन दे बावजूद भी साथ छड्ड गए ने। कोई समां सी 2019 तक मेरे वर्गे जिन्ने कथाकार सन वो ये कहंदे सन कि मरण तो बाद नाल कुछ नहीं जाना। उस सिकंदर दियां कई वारी उहदी वो गल सुनाया करदे सन, कभी तो थी दीन दुनिया और माला माली थे, जब सिकंदर जग से चला तो दोनों हाथ खाली थे। दोवें हाथ खाली सन। साध संगत, सिकंदर ने मरण लग्गियां अपने सैनापति नूं सद्दिया, जो कि इंडिया तक उहदे नाल गया सी। बड़ा वियंती सी, बड़ा ताकतवर सी। ही वॉज वेरी स्ट्रोंग। जदों डॉक्टरां ने कह दिता कि सॉरी, वी कैनॉट हेल्प यू, और इत्थे भी जदों भी साडा कोई बजुर्ग, साडा भैन भरा हॉस्पिटल हुंदा है ते कई वारी साडी जिंदगी च आया, तुहाडी च भी आया होना, कि फिर डॉक्टर कह दिंदे ने भाई साहब जी हुण इन्हां नूं घर लै जाओ, हुण असीं कुਝ नहीं कर सकदे। अजे पिछले 1 महीने विच ही इस तरह का केस ही आक्सफोर्ड भी होया है, जिथे दास जांदा रहा मिलण वास्ते। बहुत प्यारे भगत ने। ये हुंदा है, डॉक्टरां नूं भी कहना पैंदा है। और जदों भावें कोई गरीब होए, भिखारी होए या राजा होए, संत जनों जदों सिकंदर नूं कहा गया कि सॉरी वी कैनॉट हेल्प यू एनी मोर,
ਉਸਨੇ ਆਪਣੇ ਸੈਨਾਪਤੀ ਨੂੰ ਸੱਦਿਆ ਤੇ ਉਸ ਨੂੰ ਕਿਹਾ, ਬਹੁਤ ਹੰਕਾਰ ਦੇ ਵਿੱਚ ਸੀ, ਕਿਉਂਕਿ ਅੱਜ ਦਾਸ ਨੇ ਹੰਕਾਰ ਦੀ ਗੱਲ ਕਰਨੀ ਹੈ। ਹੰਕਾਰ, ਔਰ ਜਿੰਦੇ ਜੀ ਹੰਕਾਰ ਟੁੱਟ ਜਾਂਦਾ ਹੈ। ਉਹਦਾ ਮਰਨ ਲੱਗਿਆ ਟੁੱਟਿਆ। ਉਹਨੇ ਕਿਹਾ ਆਪਣੇ ਸੈਨਾਪਤੀ ਨੂੰ ਕਿ ਯੂ ਹੈਲਪ ਮੀ ਲਾਟ, ਯੂ ਹੈਵ ਬੀਨ ਫੇਥਫੁਲ ਟੂ ਮੀ। ਹੁਣ ਤੂੰ ਮੇਰੇ ਮਰਨ ਤੋਂ ਬਾਅਦ 3 ਕੰਮ ਕਰੀ। ਸੈਨਾਪਤੀ ਨੇ ਕਿਹਾ, ਵਾਟ ਐਵਰ ਯੂ ਸੇ, ਤੁਸੀਂ ਜੋ ਵੀ ਕਹੋਗੇ ਮੈਂ ਕਰਾਂਗਾ। ਉਹਨੇ ਕਿਹਾ, ਮੇਰੀ ਅਰਥੀ ਜਦੋਂ ਚੁੱਕੀ ਜਾਏਗੀ ਤੇ ਮੇਰੀ ਪਹਿਲੀ ਬੇਨਤੀ ਇਹ ਹੈ ਕਿ ਉਸ ਨੂੰ ਡਾਕਟਰ ਚੁੱਕਣ। ਆ ਜਿਹੜੇ ਮੇਰੇ ਡਾਕਟਰ ਨੇ ਇਹ ਉਸ ਅਰਥੀ ਨੂੰ ਚੁੱਕਣ। ਸਾਧ ਸੰਗਤ, ਉਹਨੇ ਕਿਹਾ ਓਕੇ। ਔਰ ਜਿੰਨਾ ਵੀ ਮੈਂ ਧਨ ਹੀਰੇ ਜਵਾਹਰਾਤ ਲੁੱਟ ਕੇ ਲਿਆਂਦੇ ਨੇ, ਹੋ ਕੇ ਲਿਆਂਦੇ ਨੇ ਹੋਰ ਮੁਲਕਾਂ ਦੇ, ਉਸ ਰਸਤੇ ਦੇ ਵਿੱਚ ਜ਼ਮੀਨ ਤੇ ਵਿਛਾ ਦੇਣੇ, ਉਹਦੇ ਉੱਤੋਂ ਦੀ ਮੇਰੀ ਅਰਥੀ ਜਾਏ। ਔਰ ਤੀਸਰਾ, ਮੇਰੇ ਹੱਥ ਕਫਨ ਚੋਂ ਬਾਹਰ ਕੱਢ ਦੇਣਾ, ਕਫਨ ਚੋਂ ਬਾਹਰ ਕੱਢ ਦੇਣਾ। ਕਫਨ ਤੋਂ ਬਾਹਰ ਕੱਢਣ ਵਾਲੀ ਗੱਲ ਤੇ ਕਈ ਵਾਰੀ ਅਸੀਂ ਸੁਣੀ ਹੈ। ਗ੍ਰੀਸ ਦੇ ਵਿੱਚ ਇਹ 3 ਗੱਲਾਂ ਦਾਸ ਨੇ ਪੜ੍ਹੀਆਂ, ਕਿਉਂਕਿ ਗ੍ਰੀਸ ਦੇ ਨਾਲ ਸੰਬੰਧ ਹੈ ਸਿਕੰਦਰ ਦਾ। ਅਲੈਗਜ਼ੈਂਡਰ ਦੀ ਗ੍ਰੇਟ ਉਹਨੂੰ ਕਹਿੰਦੇ ਨੇ। ਬੜਾ ਸਮਝਦਾਰ ਸੀ। ਉਹਦੇ ਪਿਤਾ ਜੀ ਰਾਜੇ ਸਨ ਮੈਸੀਡੋਨੀਆ ਦੇ। ਇੰਨਾ ਸਮਝਦਾਰ ਸੀ ਕਿ ਰਾਜਿਆਂ ਮਹਾਰਾਜਿਆਂ ਨੂੰ ਸ਼ੌਕ ਹੁੰਦਾ ਵਧੀਆ ਘੋੜੇ ਰੱਖਣ ਦਾ। ਇੱਕ ਵਪਾਰੀ ਬਹੁਤ ਅੱਛਾ ਘੋੜਾ ਸੀ, ਲੈ ਕੇ ਆਇਆ। ਸਿਕੰਦਰ ਦੇ ਬਾਪ ਨੂੰ ਬੜਾ ਪਸੰਦ ਆਇਆ। ਔਰ ਵਪਾਰੀ ਨੇ ਕਿਹਾ ਕਿ ਜਿਹੜਾ ਇਹਦੀ ਸਵਾਰੀ ਕਰ ਲੇਗਾ ਇਹ ਘੋੜਾ ਉਹੀ ਰੱਖ ਸਕਦਾ ਹੈ। ਵੱਡੇ ਵੱਡੇ ਸੈਨਿਕ, ਬੜੇ ਬੜੇ ਮਸ਼ਹੂਰ ਘੋੜਸਵਾਰ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਲੇਕਿਨ ਕੋਈ ਵੀ ਘੋੜੇ ਦੇ ਉੱਤੇ ਘੋੜੀ ਚੜ੍ਹਨ ਨਹੀਂ ਨਾ ਦੇ ਉੱਤੇ। ਜਿਉਂ ਹੀ ਚੜ੍ਹੇ ਉਹ ਥੱਲੇ ਸੁੱਟ ਦੇਵੇ। ਅਖੀਰ ਵਪਾਰੀ ਨੇ ਕਿਹਾ, ਰਾਜਾ ਤੇਰੇ ਰਾਜ ਦੇ ਵਿੱਚ ਕੋਈ ਵੀ ਨਹੀਂ ਹੈ ਇੰਨਾ ਕਾਬਲ। ਸਿਕੰਦਰ ਅਜੇ 13-14 ਸਾਲਾਂ ਦਾ ਸੀ। ਇਹਨੇ ਆਪਣੇ ਡੈਡੀ ਨੂੰ ਕਿਹਾ ਕਿ ਲੈਟ ਮੀ ਟਰਾਈ, ਪਿਤਾ ਜੀ ਕੀ ਮੈਂ ਵੀ ਕੋਸ਼ਿਸ਼ ਕਰਾਂ। ਵੱਡੇ ਵੱਡੇ ਸਿਪਾਹ ਸਲਾਰ ਹੈਰਾਨ ਹੋ ਗਏ ਕਿ ਮੁੰਡਾ ਕੀ ਕਰੇਗਾ। ਉਸਨੇ, ਸਿਕੰਦਰ ਨੇ, ਪਹਿਲਾਂ ਦੇਖ ਰਿਹਾ ਸੀ ਕਿੰਨੀ ਦੇਰ ਤੋਂ, ਜਦੋਂ ਸਾਰੇ ਕੋਸ਼ਿਸ਼ ਕਰਦੇ ਸਨ, ਤੇ ਉਹਨੇ ਕਿਹਾ, ਤੂੰ ਵੀ ਕਰ ਲੈ ਭਾਈ, ਲੇਕਿਨ ਬੀ ਕੇਅਰਫੁਲ, ਇਹਨੇ ਸੁੱਟ ਦੇਣੇ ਥੱਲੇ। ਉਸਨੇ ਘੋੜੀ ਦੀਆਂ ਵਾਗਾਂ ਫੜੀਆਂ। ਸਿਕੰਦਰ ਨੇ, ਇੰਨਾ ਸਮਝਦਾਰ ਸੀ, ਘੋੜੀ ਨੂੰ ਘੁਮਾਇਆ, ਘੁਮਾ ਕੇ ਤੇ ਛਾਲ ਮਾਰੀ ਤੇ ਉੱਪਰ ਚੜ ਗਿਆ। ਔਰ ਫਿਰ ਉਹ ਲੈ ਗਿਆ ਉਹਨੂੰ, ਖੂਬ ਸਵਾਰੀ ਕੀਤੀ। ਔਰ ਅੱਧੇ ਪੌਣੇ ਘੰਟੇ ਬਾਅਦ ਜਦੋਂ ਵਾਪਸ ਆਇਆ, ਸਾਰੇ ਹੈਰਾਨ ਹੋ ਗਏ ਵੀ ਮੁੰਡੇ ਨੇ ਕਮਾਲ ਕਰ ਦਿੱਤੀ। ਪਿਓ ਨੇ ਪੁੱਛਿਆ ਵੀ ਤੂੰ ਕਿਵੇਂ ਕਰ ਲਿਆ, ਵੱਡੇ ਵੱਡੇ ਸਿਪਾਹ ਸਲਾਰ ਵੀ ਹਾਰ ਗਏ, ਤੂੰ ਕਮਾਲ ਕਰ ਦਿੱਤੇ।
ਉਹਨੇ ਕਿਹਾ, ਪਿਤਾ ਜੀ ਜਦੋਂ ਇਹ ਸਾਰੇ ਕੋਸ਼ਿਸ਼ ਕਰਦੇ ਸੀ ਤੇ ਘੋੜੀ ਥੱਲੇ ਸੁੱਟ ਦਿੰਦੀ ਸੀ, ਮੈਂ ਵੇਖਿਆ ਘੋੜੀ ਆਪਣੇ ਪਰਛਾਵੇਂ ਤੋਂ ਡਰਦੀ ਸੀ ਤੇ ਮੈਂ ਘੋੜੀ ਨੂੰ ਇਸ ਤਰੀਕੇ ਨਾਲ ਕਰ ਲਿਆ ਕਿ ਪਰਛਾਵਾਂ ਉਹਦੇ ਪਿੱਛੇ ਹੋ ਗਿਆ, ਉਹ ਅੱਗੇ ਹੈ ਹੀ ਨਹੀਂ। ਇੰਨਾ ਸਮਝਦਾਰ ਸੀ ਛੋਟੀ ਉਮਰ ਤੋਂ ਹੀ। ਇਹ ਕਹਾਣੀ ਤਾਂ ਸੁਣਾਈ ਹੈ ਕਿ ਸਮਝਦਾਰ ਸੀ, ਲੇਕਿਨ ਉਹ ਸਮਝ ਕਿਸੇ ਕੰਮ ਨਹੀਂ ਆਉਂਦੀ ਜਦੋਂ ਜ਼ਿੰਦਗੀ ਦੀ ਗੱਲ ਆਉਂਦੀ ਹੈ। ਇੱਥੇ ਕੇਵਲ ਤੇ ਕੇਵਲ ਗੁਰੂ ਦੀ ਮੱਤ ਸਮਝ ਆਉਂਦੀ ਹੈ। ਮੌਤ ਵੀ ਇੱਕ ਪਰਛਾਵਾਂ ਹੀ ਹੈ ਜਿਹਦੇ ਤੋਂ ਅਸੀਂ ਡਰਦੇ ਹਾਂ, ਪਰਛਾਵਾਂ ਹੀ ਹੈ। ਔਰ ਪਰਛਾਵਾਂ ਵੀ ਕਿਸੇ ਹੋਰ ਦਾ ਨਹੀਂ, ਆਪਣਾ ਹੈ, ਕਿਸੇ ਹੋਰ ਦਾ ਨਹੀਂ। ਔਰ ਗੁਰਮੁਖੋ, ਸੈਨਿਕ ਨੇ, ਸਿਪਾਹ ਸਲਾਰ ਨੇ ਪੁੱਛਿਆ ਕਿ ਰਾਜਾ ਅਲੈਗਜ਼ੈਂਡਰ ਨੂੰ ਪੁੱਛਿਆ ਵੀ ਮਤਲਬ ਕੀ ਹੈ ਇਹਨਾਂ ਗੱਲਾਂ ਦਾ। ਉਹਨੇ ਕਿਹਾ ਕਿ ਜਿਹੜਾ ਵੈਦ ਡਾਕਟਰ ਮੇਰੀ ਅਰਥੀ ਚੁੱਕਣਗੇ ਤੇ ਲੋਕਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਸਮਾਂ ਆ ਗਿਆ ਫਿਰ ਡਾਕਟਰ ਵੀ ਕੁਝ ਨਹੀਂ ਕਰ ਸਕਦੇ। ਮੇਰੇ ਕੋਲ ਦੁਨੀਆ ਦੇ ਵਧੀਆ ਤੋਂ ਵਧੀਆ ਡਾਕਟਰ ਸਨ, ਕੁਝ ਨਹੀਂ ਕਰ ਸਕੇ। ਔਰ ਮੇਰੀ ਇਹ ਧਨ ਦੌਲਤ ਹੀ ਮੇਰਾ ਕੁਝ ਨਹੀਂ ਕਰ ਸਕੀ ਤੇ ਬਾਕੀ ਤੇ ਸਾਰੀ ਦੁਨੀਆ ਜਾਣਦੀ, ਖਾਲੀ ਹੱਥ ਆਏ ਖਾਲੀ ਹੱਥ ਜਾਣ। ਇੰਨਾ ਸਮਝਦਾਰ ਸਿਕੰਦਰ ਸੀ, ਲੇਕਿਨ ਹੰਕਾਰ ਤੋਂ ਨਹੀਂ ਬਚ ਸਕਿਆ। ਹੰਕਾਰ ਇੰਨੀ ਵੱਡੀ ਬਿਮਾਰੀ ਹੈ ਜਿਹੜੀ ਬੰਦੇ ਨੂੰ ਲੈ ਡੁੱਬਦੀ ਹੈ। ਇੱਥੇ ਇੱਕ ਦਾਸ ਦੇ, ਕਿਉਂਕਿ ਜ਼ਿਆਦਾ ਮਿੱਤਰ ਤੇ ਮੇਰੇ ਮਜ਼ਦੂਰ ਨੇ, ਮੈਂ ਆਪ ਹੀ ਮਜ਼ਦੂਰ ਹਾਂ, ਗਰੀਬ ਆਦਮੀ ਹਾਂ। ਔਰ ਲੇਕਿਨ ਸਮਾਜ ਦੀ ਸੇਵਾ ਕਰਦਿਆਂ ਕਰਦਿਆਂ ਵੱਡੇ ਲੋਕ ਵੀ ਦੋਸਤ ਮਿੱਤਰ ਬਣ ਜਾਂਦੇ ਨੇ, ਕਿਉਂਕਿ ਸਾਡੇ ਕੋਲ ਤੇ ਰੂਹਾਨੀ ਹੈ, ਰੂਹਾਨੀਅਤ ਦੀ ਖੁਸ਼ੀ ਹੈ, ਉਹ ਗਰੀਬ ਨੂੰ ਵੀ ਚਾਹੀਦੀ ਹੈ, ਅਮੀਰ ਨੂੰ ਵੀ ਚਾਹੀਦੀ ਹੈ। ਔਰ ਜਿਨ੍ਹਾਂ ਦੀ ਖੁਸ਼ੀ ਹਾਲਾਤਾਂ ਨਾਲ ਜੁੜੀ ਹੋਵੇ ਕਿ ਮੇਰੇ ਇਹ ਹਾਲਾਤ ਹੋ ਜਾਣ ਤੇ ਫਿਰ ਮੈਂ ਖੁਸ਼ ਹੋਵਾਂਗਾ, ਉਹ ਕਦੇ ਖੁਸ਼ ਨਹੀਂ ਰਹਿ ਸਕਦਾ, ਕਿਉਂਕਿ ਹਾਲਾਤ ਫਿਰ ਬਦਲ ਜਾਂਦੇ ਨੇ। ਹਾਲਾਤ ਬਦਲ ਗਏ ਤੇ ਤੇਰੀ ਖੁਸ਼ੀ ਵੀ ਬਦਲ ਗਈ। ਤੇ ਜਿਹੜੇ ਬੰਦੇ ਨੂੰ ਖੁਸ਼ ਰਹਿਣਾ ਹੁੰਦਾ ਹਰ ਹਾਲ ਦੇ ਵਿੱਚ, ਜਿਹਦਾ ਸੁਭਾਅ ਵੀ ਖੁਸ਼ ਰਹਿਣਾ, ਉਹਨੂੰ ਕੋਈ ਦੁਖੀ ਕਰ ਨਹੀਂ ਸਕਦਾ। ਔਰ ਸੰਤ ਜਨੋ, ਉਹ ਦੋਸਤ ਮੇਰਾ ਬਿਮਾਰ ਹੋ ਗਿਆ, ਕਰੋਨਾ ਨੇ ਫੜ ਲਿਆ ਉਹਨੂੰ। ਇਹ ਵੀ ਸ਼ੁਕਰ ਹੈ ਅੱਜ ਕੱਲ ਟੈਲੀਫੋਨ ਹੈ, WhatsApp ਤੇ ਕਾਲ ਕਰੋ ਤੇ ਫੋਟੋ ਵੀ ਦਿਸਦੀ ਹੈ ਵੀ ਫਰੀ। ਔਰ ਜਦੋਂ ਸਾਹ ਔਖਾ ਹੋਣਾ ਸ਼ੁਰੂ ਹੋਇਆ, ਵੈਂਟੀਲੇਟਰ ਵੀ ਲੱਗੇ, ਆਕਸੀਜਨ ਵੀ ਲੱਗੀ, ਤੇ ਮੈਨੂੰ ਉਹਨੇ ਫੋਨ ਕੀਤਾ, ਆਖਣ ਲੱਗਾ, ਆਸ਼ਿਕ ਜੀ ਤੁਸੀਂ ਕਹਿੰਦੇ ਹੁੰਦੇ ਸੋ ਹੰਕਾਰ ਨਾ ਕਰ, ਹੰਕਾਰਿਆ ਸੋ ਮਾਰਿਆ। ਪੰਜਾਬੀ ਦਾ ਇੱਕ ਅਖਾਣ ਹੈ, ਮੇਰੀ ਮੇਰੀ ਕਰਤੇ ਕਹਿਰੋ ਚਲ ਲੱਦ ਗਏ, ਕਿਉਂ ਦਰੋਜਨ ਕੇ ਭਾਈ, 12 ਜੋਜਨ ਚੁਤਰ ਚੁਲੇ थे देही गिरजन खाई। मैं हमेशा कहना, जब लग मेरी मेरी करे तब लग काज एक नहीं सरे, जब मैं मेरी मिट जाए प्रभ काज सवारे आए। तेरे सारे कार्य सौर जाणगे, मैं मेरी नू खत्म कर दे, बड़ा औखा है। संत जनो, ਲੱਖ 2 ਲੱਖ ਪਾਉਂਡ ਦਾਨ ਕਰਨਾ ਸੌਖਾ ਜੇ, ਕਿਉਂਕਿ ਬੰਦੇ
ਇੱਕ ਮੰਦਰ ਬਣਨਾ ਸੀ, ਜਿਹੜਾ ਲੱਖ ਦਿੰਦਾ ਸੀ ਉਹਨੂੰ ਅਸੀਂ ਟਰਸਟੀ ਬਣਾਉਂਦੇ ਸਾਂ। ਲੱਖ 2 ਲੱਖ ਦੇ ਦੇਣਾ, ਦਾਨ ਕਰ ਦੇਣਾ, ਇਹੋ ਜਿਹੇ ਲੋਕਾਂ ਲਈ ਕੋਈ ਵੱਡੀ ਗੱਲ ਨਹੀਂ। ਲੇਕਿਨ ਹੰਕਾਰ ਨੂੰ ਛੱਡਣਾ ਬੜਾ ਔਖਾ ਹੈ ਇਹਨਾਂ ਲਈ, ਅਭਿਮਾਨ ਨੂੰ ਛੱਡਣਾ ਬੜਾ ਔਖਾ। ਔਰ ਉਹ ਮੈਨੂੰ ਫੋਨ ਤੇ ਕਹਿੰਦਾ, ਵਾਸ਼ਿਕ ਜੀ, ਮੇਰੇ ਘਰ ਇਸ ਦੇਸ਼ ਦੀ ਸਭ ਤੋਂ ਮਹਿੰਗੀ ਗੱਡੀ ਖੜੀ ਹੈ, ਕਈ ਗੱਡੀਆਂ ਖੜੀਆਂ, रोल्स रॉयस भी खड़ी है, मर्सिडीज भी खड़ी है, लेकिन ਉਹਨੂੰ ਮੇਰੇ ਕਿਸੇ ਕੰਮ ਨਹੀਂ। ਅਜੇ ਬੰਦਾ ਮਰਿਆ ਨਹੀਂ ਹੈ, ਜਿਉਂਦਾ ਸਾਹ ਲੈ ਰਿਹਾ, ਲੇਕਿਨ ਖਤਰਾ ਕਹਿੰਦੇ ਹੁਣ ਕਿਸੇ ਕੰਮ ਨਹੀਂ। ਹੁਣ ਤੇ ਮੈਨੂੰ ਹਸਪਤਾਲ ਦੀ ਜਿਹੜੀ ਵੀਲ ਚੇਅਰ ਹੈ, ਟਰੋਲੀ ਹੈ, ਉਹ ਹੀ ਹੈ ਮੇਰੇ ਕੋਲ। ਔਰ ਉਸਨੇ ਕਿਹਾ ਗੱਲ ਸੱਚੀ ਹੈ। ਉਸਨੇ ਕਿਹਾ ਮੇਰਾ ਘਰ ਮਹਿਲ ਵਰਗਾ ਹੈ, ਵੱਡੇ ਵੱਡੇ ਬੈੱਡਰੂਮ ਨੇ, ਸਜੇ ਸਜਾਏ ਨੇ, ਬੈੱਡਰੂਮਾਂ ਦੇ ਵਿੱਚ ਹੀ ਫਰਨੀਚਰ ਹੈ, ਬਹਿਣ ਦੀ ਜਗ੍ਹਾ ਹੈ। ਲੇਕਿਨ ਇਸ ਵੇਲੇ ਸਭ ਤੋਂ ਮਹਿੰਗੇ ਬੈੱਡ ਨੇ ਮੇਰੇ, लेकिन इस वेले हस्पताल का सिंगल बैड है मेरा, मेरे लिए यही है। और उसने कहा कि उपासक जी, मेरिया वार्डरोब भरिया पईयां, अलमारियां भरिया पईयां डिजाइनर कपड़िया दे नाल, महंगी तो महंगे कपड़े, महंगी तो महंगिया जुतियां ना भरे पे ने। लेकिन इस वेले हस्पताल की एक चादर ही है मेरे ऊपर। जीवन की सच्चाई है संत जनो, जीवन की सच्चाई है। और उसने कहा मेरा प्राइवेट जेट, मैं प्राइवेट जहाज ते घूमदा, लेकिन हुण मैनू 2 बंदे फड़ के तोरदे ने बरांडे तक हॉस्पिटल दे विच। और मेरा बैंक बैलेंस किसे काम नहीं हुण, अरबापतियां कोई काम नहीं है। और उसने कहा जिथों तक खान का संबंध है, 5 स्टार होटलों च ही खांदे सी, ना चंगा लगे उत्थे ही छड़ देना, होर लियाओ। लेकिन हुण खान नूं सिर्फ सूप मिल रहा है। और मैनू मेरिया कोई चीज जिन्ना भी मैं इकट्ठा किया सी इस वेले खुशी नहीं दे रही। जे थोड़ा बहुता संतोष मिलता है तो तुहाडे वर्गे बंदियां नाल, मित्रां नाल गल करके मिलता है, मिल के मिलता है। किन्नी वड्डी गुरमुखो प्यारिओ जीवन की सच्चाई है। एवें नहीं लिखिया बड़े बड़े जो दिसे लोग, तिनको व्यापे चिंता रोग। इसलिए गुरमुखो प्यारिओ, हंकार वो बीमारी है जिहड़ी सानू निवाणा वल लै जांदी है। जिसदा फायदा ना जिउंदे जी ना मरण तो बाद एक कौडी दा नहीं है। दशरथ ने हंकार किया अपनी धनुर विद्या ते, हंकार किया और शब्द बेदी बाण भी वजाले मार लैंदा सी कि शब्द आवाज सुन के निशाना कर देना, उन्होंने कहते ने शब्द बेदी बाण। जदों नदी च किसी दे पानी की आवाज आई,
ਉਸਨੇ ਸਮਝਿਆ ਜਾਨਵਰ ਹੈ, ਸ਼ਬਦ ਦਿਸਦਾ ਤੇ ਨਹੀਂ ਸੀ। ਔਰ ਨਿਸ਼ਾਨਾ ਲਗਾਤਾ ਉਹ ਲੱਗਾ ਜਾ ਕੇ ਸਰਵਨ ਨੂੰ, ਜੋ ਆਪਣੇ ਅੰਧੇ ਮਾਤਾ ਪਿਤਾ ਦੀ ਸੇਵਾ ਤੇ ਸੀ, ਜੋ ਉਹਨਾਂ ਨੂੰ ਤੀਰਥ ਕਰਾਉਣ ਜਾ ਰਿਹਾ ਸੀ। ਸੰਤ ਜਨੋ ਜਿਉਂ ਹੀ ਜਾ ਕੇ ਵੇਖਿਆ, ਹੰਕਾਰ ਚਕਨਾਚੂਰ ਹੋ ਗਿਆ, ਚਕਨਾਚੂਰ ਹੋ ਗਿਆ। ਔਰ ਹੁਣ ਕਿਹੜੇ ਮੂੰਹ ਨਾਲ ਉਹਦੇ ਮਾਤਾ ਪਿਤਾ ਨੂੰ ਜਾ ਕੇ ਮੈਂ ਦੱਸਾਂ? ਬਲਾਈਂਡ ਨੇ। ਔਰ ਗੁਰਮੁਖੋ ਪਿਆਰਿਓ, ਉਹਨਾਂ ਨੇ ਉੱਥੇ ਹੀ ਸਵਾਸ ਤਿਆਗ ਦਿੱਤੇ ਸਨ, ਇਹ ਖਬਰ ਸੁਣਦੇ ਹੀ। ਔਰ ਫਿਰ ਦਸ਼ਰਥ ਨੂੰ ਵੀ ਇਸੇ ਦੁੱਖ ਨਾਲ ਸਵਾਸ ਤਿਆਗਣੇ ਪਏ। ਹੰਕਾਰ ਸੀ ਉਸ ਨੂੰ ਆਪਣੀਆਂ 3 ਪਤਨੀਆਂ ਤੇ, ਲੇਕਿਨ ਉਹ ਹੰਕਾਰ ਚਕਨਾਚੂਰ ਹੋ ਗਿਆ ਜ਼ਿੰਦਗੀ ਦੇ ਵਿੱਚ, ਜਦੋਂ ਉਸ ਦੀ ਸਭ ਤੋਂ ਪਿਆਰੀ ਪਤਨੀ, ਜਿਸ ਨੂੰ ਉਹਨੇ ਵਚਨ ਦਿੱਤੇ ਸਨ, ਯੁੱਧ ਦੇ ਮੈਦਾਨ 'ਚ ਜਦੋਂ ਉਹਨੇ ਉਸ ਦੀ ਜਾਨ ਬਚਾਈ ਦਸ਼ਰਥ ਦੀ, ਤੇ ਉਹ ਦਿੱਤੇ ਸਨ, ਉਹ ਦਿੱਤੇ ਹੋਏ ਵਚਨ ਦੇ ਕਾਰਨ ਉਸੇ ਪਤਨੀ ਤੋਂ, ਜਿਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ, ਹੰਕਾਰ ਚਕਨਾਚੂਰ ਹੋ ਗਿਆ। ਬੜੇ ਤਰਲੇ ਮਾਰੇ, ਲੇਕਿਨ ਤ੍ਰਿਆ ਹੱਠ ਦਾ, ਜਿਵੇਂ ਅਸੀਂ ਸੁਣਦੇ ਹਾਂ। ਇਸ ਲਈ ਸੰਤ ਜਨੋ, ਮਹਾਂਪੁਰਸ਼ ਕਹਿੰਦੇ ਨੇ, ਹੰਕਾਰ ਐਸੀ ਬਿਮਾਰੀ ਹੈ, ਕੈਂਸਰ ਤੋਂ ਵੀ ਮਾੜੀ ਹੈ, ਜਿਹੜੀ ਕਿ ਦਿਸਦੀ ਨਹੀਂ, ਔਰ ਇਸ ਦਾ ਇਲਾਜ ਵੀ ਕਿਸੇ ਡਾਕਟਰ ਕੋਲ ਨਹੀਂ, ਕਿਸੇ ਹਕੀਮ ਕੋਲ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜੋ 5 ਵਿਪਤੀਆਂ ਹਨ ਬੰਦੇ ਵਾਸਤੇ, ਇਹਨਾਂ ਦਾ ਇਲਾਜ ਕੇਵਲ ਤੇ ਕੇਵਲ ਸਤਿਗੁਰੂ ਪਾਸ ਹੁੰਦਾ ਹੈ। ਇਸ ਲਈ ਗੁਰਮੁਖੋ ਪਿਆਰਿਓ, ਇਬਰਾਹੀਮ ਦੇ ਕੋਲ ਇੱਕ ਵਾਰੀ ਇੱਕ ਗੁਰਸਿੱਖ ਆਇਆ। ਉਸਨੇ ਕਿਹਾ, ਬਾਬਾ ਜੀ, ਮੇਰੇ ਪਾਸੋਂ ਮੈਂ ਲੱਖ ਕੋਸ਼ਿਸ਼ ਕਰਨਾ, ਮੇਰੇ ਕੋਲੋਂ ਇਹਨਾਂ ਦੀ ਜਾਨ ਨਹੀਂ ਛੁੱਟਦੀ। ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਤੋਂ ਮਾੜੀ ਚੀਜ਼ ਹੈ। ਇਹ ਬੰਦੇ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦੀ ਹੈ। ਜੇ ਅਸੀਂ ਇਸ ਸਟੋਰੀ ਨੂੰ ਸੱਚ ਮੰਨ ਲਈਏ, ਲੇਕਿਨ ਸਿੱਖਿਆ ਜ਼ਰੂਰ ਲੈ ਸਕਦੇ ਹਾਂ, ਸੱਚ ਹੋਵੇ ਜਾਂ ਨਾ ਹੋਵੇ। ਜਿਹੜਾ ਬੰਦਾ ਰਾਵਣ 4 ਵੇਦਾਂ ਦਾ ਗਿਆਤਾ ਹੋਵੇ, 6 ਸ਼ਾਸਤਰਾਂ ਦਾ, ਇਸੇ ਲਈ ਉਹਦੇ 10 ਸਰ ਗਿਣੇ ਗਏ, 10 ਸਿਰ ਗਿਆਤਾ ਹੋਵੇ। ਹੋਰ ਏਦਾਂ ਚਮੜੇ ਦੇ ਸਿਰਾਂ ਦੀ ਗੱਲ ਨਹੀਂ ਹੈ। ਔਰ ਉਹ ਹੰਕਾਰ ਆਇਆ ਨਹੀਂ, ਤੇ ਕੀਤੀ ਕਰਾਈ ਭਗਤੀ ਕਿੰਨੀ ਕੀਤੀ। ਸੰਤ ਜਨੋ, ਅੰਮ੍ਰਿਤ ਐਵੇਂ ਨਹੀਂ ਮਿਲਦਾ, ਉਸਨੇ ਕਿੰਨੀ ਭਗਤੀ ਕੀਤੀ ਹੋਏਗੀ, ਔਰ ਕਿੰਨਾ ਉਹ ਉੱਚਾ ਇਨਸਾਨ ਸੀ। ਹੰਕਾਰ ਦੇ ਕਾਰਨ ਜੋ ਵੀ ਹੋਇਆ, ਕਿੰਨਾ ਉੱਚਾ ਇਨਸਾਨ ਸੀ, ਜਿਹਨੂੰ ਭਗਵਾਨ ਸ਼੍ਰੀ ਰਾਮ ਕਹਿੰਦੇ ਨੇ ਆਪਣੇ ਭਰਾ ਨੂੰ, ਜਾ ਇਹਦੇ ਕੋਲੋਂ ਸਿੱਖ ਗਿਆ। ਔਰ ਲక్ష్మణ ਆਨਾਕਾਨੀ ਕਰੇ, ਜਾ ਸਿੱਖ ਗਿਆ। ਇਸ ਲਈ, ਔਰ ਜੋ ਸਿੱਖਿਆ ਉਸਨੇ ਦਿੱਤੀ, ਇਹ ਘਰ ਘਰ ਇਸ ਦੀ ਜ਼ਰੂਰਤ ਹੈ, ਘਰ ਘਰ ਜ਼ਰੂਰਤ ਹੈ। ਲక్ష్మణ ਨੂੰ ਕਿਹਾ, ਬੇਸ਼ੱਕ
ਮੇਰੇ ਪਾਸ ਹਥਿਆਰ ਤੁਹਾਡੇ ਤੋਂ ਵਧੀਆ ਸਨ, ਮੇਰੇ ਪਾਸ ਸੈਨਾ ਵੀ ਤੁਹਾਡੇ ਤੋਂ ਵਧੀਆ ਸੀ। ਤੁਹਾਡੇ ਨਾਲ ਤੇ ਗਰੀਬ ਗੁਰਬੇ ਪੇਂਡੂ ਲੋਕ ਜੰਗਲ ਦੇ ਵਾਸੀ ਸਨ। ਮੇਰੇ ਨਾਲ ਬੜੀ ਆਰਮੀ ਜਿਹੜੀ ਸੀ ਟ੍ਰੇਨਡ ਕੀਤੀ ਹੋਈ ਸੀ, ਲੇਕਿਨ ਮੈਂ ਇਸ ਲਈ ਹਾਰ ਗਿਆ ਕਿ ਮੈਂ ਭਰਾਵਾਂ ਨਾਲ ਵਿਗਾੜ ਲਈ। ਕਾਸ਼ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਜਿੱਥੇ ਵੀ ਅਸੀਂ ਰਹਿੰਦੇ ਹਾਂ, ਦੁਨੀਆ ਨਾਲ ਬਣਾਉਣ ਦਾ ਕੋਈ ਫਾਇਦਾ ਨਹੀਂ ਜੇ ਭਰਾਵਾਂ ਨਾਲ ਵਿਗਾੜ ਲਈਏ। ਇਸ ਲਈ ਚੰਗੇ ਮੰਦੇ ਹੁੰਦੇ ਨੇ, ਲੇਕਿਨ ਸਾਧ ਸੰਗਤ ਵਿਗਾੜਨੀ, ਜਿਸ ਤਰ੍ਹਾਂ ਦਾਸ ਇੱਕ ਹੋਰ ਕਥਾ ਸੁਣਾਇਆ ਕਰਦਾ ਹੈ, ਹੰਕਾਰ ਦੇ ਵਿੱਚ ਬੰਦਾ ਆਪਣੇ ਅਸਤਿਤਵ ਨੂੰ ਭੁੱਲ ਜਾਂਦਾ। ਦੋ ਭਰਾ ਬੜੇ ਚੰਗੇ ਰਹਿੰਦੇ ਸੀ, ਬੜਾ ਆਪਸ ਵਿੱਚ ਪਿਆਰ ਸੀ। ਜ਼ਮੀਨ ਵਿੱਚੋਂ ਵੰਡ ਲਈ, ਨਾਲ ਨਾਲ ਮਕਾਨ ਸਨ, ਬੜਾ ਸੋਹਣਾ, ਬੱਚੇ ਵੀ ਮਿਲਦੇ ਗਿਲਦੇ। ਹੁਣ ਨਾਲ ਨਾਲ ਮਕਾਨ ਹੋਣ ਭਰਾਵਾਂ ਦੇ, ਭਾਵੇਂ ਵੱਖੋ ਵੱਖਰੀਏ, ਪਰ ਨਾਲ ਨਾਲ ਹੋਣ ਤੇ ਕਿੰਨਾ ਸੁੱਖ ਹੈ। ਔਰ ਉਹ ਕਿਸੇ ਗੱਲੋਂ ਛੋਟਾ ਭਰਾ ਨਾਰਾਜ਼ ਹੋ ਗਿਆ, ਔਰ ਉਹਨੇ ਗੁਰਮੁਖੋ ਪਿਆਰਿਓ ਵਿੱਚ ਇੱਕ ਨਹਿਰ ਖੁਦਵਾ ਦਿੱਤੀ ਦੋਵਾਂ ਘਰਾਂ 'ਚ। ਨਾ ਮੈਂ ਉੱਧਰ ਜਾਵਾਂ ਤੇ ਨਾ ਉਹ ਇੱਧਰ ਆਉਣ, ਨਾ ਹੀ ਮੇਰੇ ਬੱਚੇ ਉੱਧਰ ਜਾਣ, ਕਿਉਂਕਿ ਵੱਡੇ ਜਦੋਂ ਆਪਸ 'ਚ ਵਿਗੜ ਜਾਂਦੇ ਨੇ, ਬੱਚੇ ਤੇ ਵਿਗੜੇ ਨਹੀਂ ਹੁੰਦੇ, ਬੱਚੇ ਤੇ ਮੌਕਾ ਲੱਭਦੇ ਨੇ ਫਿਰ ਮਿਲੀਏ। ਲੇਕਿਨ ਹੰਕਾਰ ਦੇ ਵਿੱਚ ਬੰਦਾ ਆਪਣਾ ਆਪ ਗਵਾ ਬੈਂਦਾ ਹੈ, ਸੋਚ ਹੀ ਖਤਮ ਹੋ ਜਾਂਦੀ। ਉਸਨੇ ਨਹਿਰ ਖੁਦਵਾ ਲਈ ਤੇ ਇੱਕ ਦਿਨ ਸਵੇਰੇ ਸਵੇਰੇ ਇੱਕ ਕਾਰਪੈਂਟਰ, ਲੱਕੜ ਦਾ ਕੰਮ ਕਰਨ ਵਾਲਾ, ਕੰਮ ਲੱਭਣ ਲਈ ਆਇਆ। ਉਹਨੇ ਵੱਡੇ ਭਰਾ ਦਾ ਦਰਵਾਜ਼ਾ ਕੀਤਾ, ਕਹਿਣ ਲੱਗਾ, ਜੀ ਮੈਂ ਕੰਮ ਦੀ ਖੋਜ ਵਿੱਚ ਆ, ਜੇ ਤੁਹਾਡੇ ਘਰ ਵਿੱਚ ਕੋਈ ਕੰਮ ਹੋਵੇ ਤੇ ਮੈਂ ਕਰ ਦਿਆਂ। ਵੱਡਾ ਭਰਾ ਅੱਗੇ ਹੀ ਤੰਗ ਆਇਆ ਸੀ, ਉਹਨੇ ਕਿਹਾ, ਮੈਂ ਲੱਭਣਾ ਹੀ ਸੀ ਕਾਰੀਗਰ, ਸ਼ੁਕਰ ਹੈ ਤੂੰ ਆ ਗਿਆ। ਔਰ ਉਹਨੂੰ ਕਹਿੰਦਾ, ਆ ਜਿਹੜਾ ਮੇਰਾ ਭਰਾ ਹੈ ਛੋਟਾ, ਇਹਦਾ ਦਿਮਾਗ ਹੋ ਗਿਆ ਖਰਾਬ, ਮੈਂ ਹੁਣ ਇਹਦੀ ਸ਼ਕਲ ਨਹੀਂ ਵੇਖਣਾ ਚਾਹੁੰਦਾ, ਤੇ ਰੱਬ ਦਾ ਵਾਸਤਾ ਹੀ ਹੁਣ ਤੂੰ ਕੰਮ ਟੋਲਣ ਆਇਆ, ਤੂੰ ਇੱਕ ਦੋਵਾਂ ਘਰਾਂ ਦੇ ਵਿੱਚ ਉੱਚੀ ਫੈਂਸ ਬਣਾ ਦੇ ਤਾਂ ਕਿ ਉਹ ਮੈਨੂੰ ਦਿਸੇ ਨਾ। ਉਹ ਤਰਖਾਨ, ਉਹ ਤੁਹਾਡੇ ਵਰਗਾ ਭਗਤ ਸੀ, ਉਸਨੇ ਵੇਖਿਆ ਇਸ ਵੇਲੇ ਭਰਾ ਗੁੱਸੇ 'ਚ ਹੈ, ਉਹਨੇ ਕਿਹਾ ਕੁਝ ਨਹੀਂ, ਔਰ ਉਹਨੇ ਸਮਾਨ ਲਿਖ ਦਿੱਤਾ, ਹੈ ਸਮਾਨ ਲਿਆ ਦਿਓ ਤੇ ਮੈਂ ਸ਼ਾਮ ਤਾਈਂ ਬਣਾ ਦਿਆਂ। ਭਰਾ ਨੇ, ਵੱਡੇ ਨੇ ਕਿਹਾ ਕਿ ਭਾਈ ਮੈਂ ਸਮਾਨ ਪਹੁੰਚਾ ਦਿੰਦਾ, ਲੇਕਿਨ ਫਿਰ ਮੈਨੂੰ ਹੋਰ ਕੰਮ ਨੇ, ਮੈਂ ਕੰਮ ਜਾਣਾ। ਕਹਿੰਦੇ ਤੁਸੀਂ ਕੰਮ ਕਰਿਓ, ਸ਼ਾਮ ਤੱਕ ਫੈਂਸ ਬਣ ਜਾਏ। ਸਮਾਨ ਪਹੁੰਚ ਗਿਆ, ਔਰ ਸ਼ਾਮ ਨੂੰ ਜਦੋਂ ਵੱਡਾ ਭਰਾ ਘਰ ਆਇਆ ਤੇ ਜਿਹੜਾ ਤਰਖਾਨ ਸੀ ਉਹ ਬੈਠਾ ਸੀ, ਉਹਨੂੰ ਪੁੱਛਦਾ ਕਿ ਕੰਮ ਹੋ ਗਿਆ? ਕਹਿੰਦਾ ਹਾਂਜੀ ਹੋ ਗਿਆ, ਆਓ ਦੇਖ ਲਓ। ਜਿਉਂ ਹੀ ਗਾਰਡਨ 'ਚ ਪਿੱਛੇ ਗਏ ਤੇ ਵੱਡਾ ਭਰਾ ਵੇਖ ਕੇ ਹੈਰਾਨ ਹੋ ਗਿਆ, ਕਹਿਣ ਲੱਗਾ, ਇਹ ਕੀ? ਮੈਂ ਤੇ ਤੈਨੂੰ ਕਿਹਾ ਸੀ ਫੈਂਸ ਬਣਾਣੀ ਹੈ, ਤੂੰ, ਮੈਂ ਉਹਦੀ ਸ਼ਕਲ ਨਹੀਂ ਵੇਖਣਾ ਚਾਹੁੰਦਾ। ਇੰਨਾ ਉਹ ਦਿਮਾਗ ਉਹਦਾ ਵਿਗੜ ਗਿਆ, ਇੰਨਾ ਨਾ ਸ਼ੁਕਰਾ ਹੈ, ਮੈਂ ਪਾਲਿਆ, ਮੈਂ ਇਹ ਕੀਤਾ, ਮੈਂ ਉਹ ਕੀਤਾ, ਜੋ ਜੋ ਆਮ ਅਸੀਂ ਘਰਾਂ 'ਚ ਕਰਦੇ ਹਾਂ ਗੱਲ। ਔਰ ਸੰਤ ਜਨੋ,
ਉਹਨੇ ਕਿਹਾ ਅੱਗੇ ਤੇ ਆਓ। ਜਿਉਂ ਵੱਡਾ ਭਰਾ ਹੌਲੀ ਹੌਲੀ ਅੱਗੇ ਹੋਇਆ ਤੇ ਦੂਸਰੇ ਪਾਸੇ ਛੋਟਾ ਭਰਾ ਖੜਾ ਸੀ ਪੁੱਲ ਦੇ। ਪਿਆਰ ਜਾਗਿਆ। ਮਾਂ ਪਿਓ ਤੇ ਦਿੱਤੇ ਹੋਏ ਸੰਸਕਾਰ ਜਾਗੇ ਜਿਹੜੇ ਸੌਂ ਗਏ ਸਨ। ਵੱਡਾ ਭਰਾ ਵੀ ਭੱਜਾ ਇਧਰੋਂ, ਛੋਟਾ ਵੀ ਭੱਜਾ ਆ ਕੇ ਵਿਚਕਾਰ ਜੱਫੀ ਪਾ ਕੇ ਮਿਲੇ, ਰੋ ਰੋ ਕੇ ਸਰੀਰ ਗਿੱਲਾ ਕਰ ਦਿੱਤਾ। ਇਸ ਲਈ ਸੰਤ ਜਨੋ, ਦੀਵਾਰ ਬਣਾਣੀ ਹੰਕਾਰ ਦਾ ਕੰਮ ਹੈ, ਪੁਲ ਬਣਾਣਾ ਗੁਰਮਤ ਦਾ ਕੰਮ ਹੈ। ਗੁਰਮਤ ਦਾ ਦੇਖਣ ਵਿੱਚ ਮਿਲਦਾ ਹੈ ਜਿਨ੍ਹਾਂ ਨੂੰ ਕੋਈ ਕਮੀ ਹੈ ਹੀ ਨਹੀਂ। ਕਈ ਪੁਸ਼ਤਾਂ ਖਾ ਸਕਦੇ ਨੇ, ਲੇਕਿਨ ਉਹ ਵੀ ਭਰਾਵਾਂ ਦੇ ਵਿੱਚ ਮੁਕੱਦਮੇ ਚੱਲਦੇ ਨੇ ਪਏ। ਇਸ ਲਈ ਗੁਰਮੁਖੋ ਪਿਆਰਿਓ, ਇਬਰਾਹਿਮ ਨੂੰ ਪੁੱਛਿਆ ਕਿ ਮੇਰੇ ਕੋਲੋਂ ਇਹ ਮਲਾਮਤ ਹਟਦੀ ਨਹੀਂ, ਹੰਕਾਰ, ਕਾਮ ਕ੍ਰੋਧ ਲੋਭ ਹੰਕਾਰ ਮੇਰੇ ਕੋਲ ਹਟਦਾ ਨਹੀਂ ਹੈ, ਮੈਂ ਕੀ ਕਰਾਂ। ਕਹਿਣ ਲੱਗੇ ਇੰਜ ਕਰੀ, ਤੂੰ 5 ਕੰਮ ਕਰੀ, ਸਭ ਠੀਕ ਹੋ ਜਾਏਗਾ। ਕਹਿਣ ਲੱਗੇ ਦੱਸੋ, ਮੈਂ ਕਰਾਂਗਾ। ਕਹਿਣ ਲੱਗੇ ਜਦੋਂ ਖਾਣ ਲੱਗੇ ਨਾ ਤੇ ਰੱਬ ਦਾ ਦਿੱਤਾ ਹੋਇਆ ਨਾ ਖਾਈ, ਕਿਉਂਕਿ ਤੂੰ ਰੱਬ ਦੇ ਉਲਟ ਚੱਲਦਾ। ਪਰਮਾਤਮਾ ਨੇ ਕਿਹਾ ਹੰਕਾਰ ਨਹੀਂ ਕਰਨਾ, ਤੂੰ ਕਰਦਾ, ਤੇਰਾ ਬਚਾਅ ਨਹੀਂ ਹੁੰਦਾ ਪਿਆ, ਤੇ ਫਿਰ ਤੂੰ ਖਾਈ ਨਾ, ਰੱਬ ਦਾ ਦਿੱਤਾ ਨਾ ਖਾਈ। ਉਹ ਗੁਰਸਿੱਖ ਜਿਹੜਾ ਸੀ ਹੈਰਾਨ ਹੋ ਗਿਆ, ਕਹਿਣ ਲੱਗੇ ਜੀ ਇਹ ਕਿਵੇਂ ਹੋ ਸਕਦਾ, ਸਭ ਕੁਝ ਤੇ ਰੱਬ ਦਾ ਬਣਾਇਆ, ਇਹ ਕਿਵੇਂ, ਸਭ ਕੁਝ ਤੇ ਰੱਬ ਦਾ ਬਣਾਇਆ, ਮੈਂ ਕੀ ਕਰ ਸਕਾਂਗਾ, ਇਹ ਕਿਵੇਂ ਹੈ। ਕਹਿਣ ਲੱਗੇ ਮਨਮਤ ਕਰੇਗਾ ਤੇ ਤੇਰਾ ਨੁਕਸਾਨ ਹੋਏਗਾ ਬਹੁਤ, ਤੇ ਰੱਬ ਦਾ ਦਿੱਤਾ ਅੱਲਾ ਦਾ ਬਖਸ਼ਿਆ ਤੂੰ ਨਹੀਂ ਖਾਈ। ਕਹਿਣ ਲੱਗੇ ਸਭ ਕੁਝ ਤੇ ਅੱਲਾ ਦਾ ਬਖਸ਼ਿਆ। ਕਹਿੰਦੇ ਵੇ ਇਹ ਗੱਲ ਫਿਰ ਠੀਕ ਨਹੀਂ, ਜਿਸ ਦਾ ਖਾਓ ਉਹਦਾ ਕਹਿਣਾ ਵੀ ਮੰਨਣਾ ਪੈਂਦਾ। ਕਹਿੰਦੇ ਹਾਂ, ਤੇ ਫਿਰ ਕਹਿੰਦਾ ਰੋਜ਼ 2 ਟਾਈਮ ਰੱਬ ਦਾ ਦਿੱਤਾ ਖਾਣਾ ਹੈ ਤੇ ਉਹਦਾ ਕਹਿਣਾ ਮੰਨਣਾ। ਕਹਿਣ ਲੱਗੇ ਚਲੋ ਦੂਜੀ ਸ਼ਰਤ ਕੀ ਹੈ, ਜਦ ਵੀ ਕਹਿੰਦੇ ਤੇਰਾ ਦਿਲ ਮਨ ਅੱਲਾ ਦੇ ਉਲਟ ਜਾਵੇ ਤੇ ਫਿਰ ਤੂੰ ਨਾ ਅੱਲਾ ਦੀ ਜ਼ਮੀਨ ਤੇ ਨਹੀਂ ਚੱਲਣਾ। ਸੋਚੋ ਜਰਾ, ਜਦੋਂ ਵੀ ਤੈਨੂੰ ਹੰਕਾਰ ਵਗੈਰਾ ਆਉਣਾ ਸ਼ੁਰੂ ਹੋਵੇ, ਕਹਿੰਦੀ ਫਿਰ ਅੱਲਾ ਦੀ ਬਖਸ਼ੀ ਹੋਈ ਜ਼ਮੀਨ ਤੇ ਨਹੀਂ ਚੱਲਣਾ। ਕਹਿੰਦੇ ਉਹ ਕਿਵੇਂ ਹੋ ਸਕਦਾ, ਸਾਰੀ ਧਰਤੀ ਤੇ ਅੱਲਾ ਨੇ ਬਣਾਈ ਹੈ, ਰੱਬ ਨੇ ਬਣਾਈ ਹੈ, ਹਰੀ ਨੇ ਬਣਾਈ ਹੈ, ਇਹ ਤੇ ਅਮਲ ਨਹੀਂ ਹੋ ਸਕਦਾ। ਕਹਿਣ ਲੱਗੇ ਵੀ ਜਿਹਦੀ ਜ਼ਮੀਨ ਤੇ ਚੱਲਦੇ ਆ, ਜਿਸ ਦੀ ਜ਼ਮੀਨ ਦੇ ਨਾਲ ਤੇਰੀ ਦੇਹ ਵੀ ਬਣੀ ਹੈ, ਸਰੀਰ ਵੀ ਬਣਿਆ, ਉਹਦਾ ਕਹਿਣਾ ਨਹੀਂ ਮੰਨਣਾ ਚਾਹੀਦਾ। ਕਹਿੰਦਾ ਹਾਂ ਇਹ ਠੀਕ ਹੈ। ਕਹਿੰਦੇ ਤੀਜੀ ਸ਼ਰਤ ਦੱਸੋ। ਉਹਨਾਂ ਕਿਹਾ ਤੀਜੀ ਇਹ ਵੀ ਜਿਹਦਾ ਖਾਓ ਔਰ ਜਿਹਦੀ ਜ਼ਮੀਨ ਤੇ ਰਵੋ, ਉਹਦੇ ਉਲਟ ਤੁਸੀਂ ਚੱਲਣ ਤੇ ਮਨ ਗਏ ਨਾ, ਤੇ ਫਿਰ ਉਹ ਕਰਿਓ ਵੀ ਅੱਲਾ ਨੂੰ ਪਤਾ ਨਾ ਲੱਗੇ, ਛੁਪਾ ਕੇ ਕਰਿਓ। ਜਦੋਂ ਵੀ ਤੁਸੀਂ ਹੰਕਾਰ ਕਰਨਾ, ਗਲਤ ਕੰਮ ਕਰਨਾ, ਤੇ ਰੱਬ ਤੋਂ ਛੁਪਾ ਕੇ ਕਰਿਓ। ਕਹਿੰਦਾ ਇਹ ਵੀ ਨਹੀਂ ਹੋ ਸਕਦਾ, ਰੱਬ ਤੋਂ, ਖੁਦਾ ਤੋਂ, ਹਰੀ ਤੋਂ ਕਿਹੜੀ ਚੀਜ਼ ਛੁਪਾਈ ਜਾ ਸਕਦੀ, ਕਿਉਂਕਿ ਸ਼ਾਸਤਰਾਂ 'ਚ ਲਿਖਿਆ ਹੈ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਤੁਸੀਂ ਤੇ ਮੈਂ ਜੋ ਜ਼ਬਾਨ ਤੋਂ ਬੋਲਦੇ ਆ ਉਹੀ ਸੁਣਦੇ ਆ ਇੱਕ ਦੂਜੇ ਨੂੰ, ਜੋ ਬਾਹਰ ਆਉਂਦਾ ਉਹੀ ਸੁਣਦੇ ਆ, ਲੇਕਿਨ ਹਰੀ
ਜਿਹੜਾ ਅੰਦਰ ਦੀ ਵੀ ਜਾਣਦਾ, ਅੰਦਰ ਕੀ ਸੋਚ ਰਿਹਾ ਜਿਹੜਾ ਉਹ ਵੀ ਜਾਣਦਾ ਹੈ, ਉਹਦੇ ਤੋਂ ਕਿਵੇਂ ਛੁਪਾ ਸਕਦੇ ਹੋ? ਤੇ ਉਹਨੇ ਕਿਹਾ ਕਿ ਉਹਦੇ ਤੋਂ ਨਹੀਂ ਛੁਪਾਇਆ ਜਾ ਸਕਦਾ। ਕਹਿੰਦੇ ਫਿਰ ਜਦੋਂ ਮੌਤ ਦਾ ਫਰਿਸ਼ਤਾ ਆਇਆ, ਚੌਥੀ ਗੱਲ ਇਹ ਹੈ, ਤੇ ਉਹਦੇ ਕੋਲ ਥੋੜਾ ਸਮਾਂ ਮੰਗ ਲਈ, ਕਿਉਂਕਿ ਤੂੰ ਰੁਕਦਾ ਤੇ ਹੈ ਨਹੀਂ ਪਿਆ। ਉਹਨੂੰ ਕਹੀ ਕਿ ਮੈਨੂੰ ਥੋੜਾ ਜਿਹਾ ਸਮਾਂ ਹੋਰ ਦਿਓ ਤਾਂ ਕਿ ਮੈਂ ਮਾਫੀ ਮੰਗ ਲਾਂ। ਸਾਰੀ ਉਮਰ ਤੇ ਪੁੱਠੇ ਕੰਮ ਕੀਤੇ, ਸਾਰੀ ਉਮਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਗ੍ਰਸਤ ਰਿਹਾ, ਤੇ ਹੁਣ ਮੈਨੂੰ ਥੋੜਾ ਜਿਹਾ ਟਾਈਮ ਹੋਰ ਦੇ ਦਿਓ। ਕਹਿਣ ਲੱਗਾ ਜਦੋਂ ਮੌਤ ਦਾ ਫਰਿਸ਼ਤਾ ਆ ਜਾਏ ਫਿਰ ਕੁਛ ਨਹੀਂ ਹੋ ਸਕਦਾ, ਕੁਝ ਕਰ ਹੀ ਨਹੀਂ ਸਕਦੇ। ਉਹ ਜਿਵੇਂ ਮੈਂ ਕਹਾਣੀ ਸੁਣਾਇਆ ਕਰਦਾ, ਇੱਕ ਪਿੰਡ ਦੇ ਵਿੱਚ ਮੌਤ ਦਾ ਫਰਿਸ਼ਤਾ ਆਇਆ ਤੇ ਪਿੰਡ ਵੱਲ ਜਾ ਰਿਹਾ ਸੀ, ਤੇ ਇੱਕ ਹੋਰ ਪਿੰਡ ਦਾ ਬੰਦਾ ਵੀ ਉਧਰ ਨੂੰ ਜਾ ਰਿਹਾ ਸੀ, ਤੇ ਵੇਖਿਆ ਵੀ ਇਹ ਨਵੇਂ ਬੰਦੇ ਹੀ ਆਏ ਨੇ। ਉਹਨੂੰ ਪੁੱਛ ਲਿਆ, ਭਾਈ ਜੀ ਤੁਸੀਂ ਕਿੱਧਰ ਜਾ ਰਹੇ ਹੋ? ਕਹਿਣ ਲੱਗਾ ਮੈਂ ਪਿੰਡ ਚੱਲਿਆ। ਅੱਛਾ, ਮੈਂ ਵੀ ਉਸੇ ਪਿੰਡ ਦਾ, ਤੇ ਕਿਹਨੂੰ ਮਿਲਣਾ ਜੀ? ਉਹਨੇ ਕਿਹਾ ਕਿ ਮੇਰੀ ਡਿਊਟੀ ਹੈ, ਮੈਨੂੰ ਕਾਲ ਦੇਵਤਾ ਨੇ ਭੇਜਿਆ ਹੈ, ਤੇ ਮੈਂ ਅੱਜ ਇੱਥੋਂ 100 ਬੰਦੇ ਮਾਰਨੇ ਨੇ। ਮੈਂ ਮੌਤ ਹਾਂ, 100 ਬੰਦਿਆਂ ਨੂੰ ਮੈਂ ਲੈ ਕੇ ਜਾਣਾ ਅੱਜ। ਅੱਛਾ, ਹੱਦ ਹੋ ਗਈ। ਔਰ ਸੰਤ ਜਨੋ ਉਹ ਡਰ ਗਿਆ, ਔਰ ਡਰ ਕੇ ਤੇ ਉਹ ਕਹਿੰਦਾ ਮੈਂ ਜਾ ਕੇ ਹੁਣੇ ਹੀ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਦੱਸ ਦਿਆਂ, ਖਬਰਦਾਰ ਕਰ ਦਿਆਂ ਵੀ ਮੌਤ ਆ ਰਹੀ ਜੇ, ਤੇ ਉਹਨੇ 100 ਬੰਦੇ ਨੂੰ ਲਿਜਾਣਾ। ਭੱਜਾ ਗਿਆ ਜੀ। ਮੌਤ ਤੇ ਆਪਣੇ ਸਪੀਡ ਨਾਲ ਚੱਲ ਰਹੀ ਸੀ। ਜਾ ਕੇ ਸਾਰੇ ਪਿੰਡ 'ਚ ਰੌਲਾ ਪਾਤਾ, ਬਚਾ ਲਓ ਆਪਣੇ ਆਪ ਨੂੰ, ਛੁਪ ਜਾਓ, ਲੁਕ ਜਾਓ, ਮੌਤ ਆ ਰਹੀ ਜੇ, ਉਹਨੇ 100 ਬੰਦਾ ਪਿੰਡ 'ਚੋਂ ਅੱਜ ਮਾਰਨਾ। ਤੇ ਸਾਧ ਸੰਗਤ ਪਿੰਡ ਵਾਲੇ ਸਾਰੇ ਡਰਨਾ ਹੀ ਸੀਗਾ। ਦੂਜੇ ਦਿਨ ਜਦੋਂ ਬੰਦੇ ਮਰੇ ਤੇ ਉਹ 1100 ਮਰ ਗਏ। ਇਹ ਬੰਦਾ ਜਿਹੜਾ ਮਿਲਿਆ ਸੀ, ਇਹ ਜਾ ਕੇ ਮੌਤ ਨੂੰ ਕਹਿੰਦਾ ਹੈ ਕਿ ਤੁਸੀਂ ਬੜਾ ਜ਼ੁਲਮ ਕੀਤਾ, ਬਹੁਤ ਜ਼ੁਲਮ ਕੀਤਾ ਹੈ। ਕਹਿੰਦੇ ਵੀ ਤੁਸੀਂ ਮੈਨੂੰ ਕਿਹਾ ਸੀ 100 ਬੰਦਾ ਤੇ 1100 ਮਾਰ ਦਿੱਤਾ ਤੁਸੀਂ। ਮੌਤ ਨੇ ਕਿਹਾ ਜੀ ਮੈਂ ਤੇ 100 ਹੀ ਮਾਰੇ ਨੇ, 1000 ਬੰਦਾ ਤੇ ਤੂੰ ਡਰ ਨਾਲ ਹੀ ਮਰਵਾਤਾ। ਤੂੰ ਜਾ ਕੇ ਡਰਾਤਾ ਸਾਰਿਆਂ ਨੂੰ, 1000 ਬੰਦਾ ਤੇ ਮੌਤ ਦੀ ਡਰ ਨਾਲ ਹੀ ਮਰ ਗਏ। ਸੋ ਇਬਰਾਹਿਮ ਨੂੰ ਉਹਨਾਂ ਕਿਹਾ ਕਿ ਚੌਥੀ ਗੱਲ ਇਹ ਜੇ ਕਿ ਜਦੋਂ ਫਿਰ ਮੌਤ ਦਾ ਫਰਿਸ਼ਤਾ ਆਇਆ ਤੇ ਫਿਰ ਤੂੰ ਉਹਨੂੰ ਕਹਿ ਦੀ ਮੈਨੂੰ ਥੋੜਾ ਸਮਾਂ ਹੋਰ ਦੇ ਦਿਓ, ਮੈਂ ਮਾਫੀ ਮੰਗ ਲਾਂ। ਇਸ ਲਈ ਗੁਰਮੁਖੋ ਪਿਆ ਜੀ, ਪਹਿਲਾਂ ਹੀ ਮੈਂ ਕਿਉਂ ਕਰਾਂ? ਮੈਂ ਪਹਿਲਾਂ ਹੀ ਆਪਣੇ ਆਪ ਨੂੰ ਕੌਣ ਨਹੀਂ ਬਚਾ ਸਕਦਾ। ਔਰ ਇਹ ਬੜਾ ਈਜ਼ੀ ਹੈ, ਹੰਕਾਰ ਤੋਂ ਬਚਣਾ ਬਹੁਤ ਈਜ਼ੀ ਹੈ। ਔਰ ਉਹ ਕਿਵੇਂ ਈਜ਼ੀ ਹੈ? ਸੰਤਾਂ ਨੇ ਐਵੇਂ ਨਹੀਂ ਕਿਹਾ ਵੀ ਹੰਕਾਰ ਨਹੀਂ ਕਰਨਾ। ਉਹਨਾਂ ਕਿਹਾ, ਮਹਾਂਪੁਰਸ਼ਾਂ ਨੇ ਸੋਚਿਆ ਪੂਰਾ ਕਿ ਹੰਕਾਰ ਦੀ ਜੜ ਕੀ ਹੈ। ਔਰ ਤੁਸੀਂ ਅੰਮ੍ਰਿਤ ਬਾਣੀ ਦੇ ਵਿੱਚ ਦੇਖੋ, ਪਾਵਨ ਬਾਣੀ 'ਚ ਦੇਖੋ, ਅੰਮ੍ਰਿਤ ਬਾਣੀ ਕਹਿੰਦੀ ਰਵਿਦਾਸ ਸਾਧੂ ਭਲਾ ਜੋ ਰਹੇ ਸਦਾ ਨਿਰਭੈ, ਜਿਹੜਾ ਹੰਕਾਰ ਨਹੀਂ ਕਰਦਾ, ਜਿਹੜਾ ਕਾਮ ਕ੍ਰੋਧ 'ਚ ਗ੍ਰਸਤ ਨਹੀਂ ਹੁੰਦਾ। ਔਰ ਬਾਣੀਆਂ ਤੇ ਸਾਨੂੰ ਕਹਿੰਦੀਆਂ ਨੇ, ਫਿਰ ਕਹਿ ਦੇਣਾ ਸੌਖਾ ਹੈ ਲੇਕਿਨ ਕਰਨਾ ਔਖਾ ਹੁੰਦਾ। ਮਹਾਂਪੁਰਸ਼ਾਂ ਨੇ ਕੇਵਲ ਇਹ ਨਹੀਂ ਕਿਹਾ ਹੰਕਾਰ ਨਹੀਂ ਕਰਨਾ, ਉਹਨਾਂ ਦੀ ਵਿਧੀ ਵੀ ਦੱਸਦੀ ਕਿਵੇਂ ਹੰਕਾਰ ਨਹੀਂ ਹੁੰਦਾ। ਔਰ ਉਹਨਾਂ ਕਿਹਾ ਵੀ ਜਦੋਂ ਵੀ ਮਨੁੱਖ ਹੰਕਾਰ ਕਰਦਾ ਹੈ, ਭਾਵੇਂ ਉਹ ਜਾਤੀ ਪਾਤੀ ਦਾ ਕਰੇ, ਧਰਮ ਦਾ ਕਰੇ, ਧਨ ਦਾ ਕਰੇ, ਜਵਾਨੀ ਦਾ ਕਰੇ, ਸੁਹੱਪਣ ਦਾ ਕਰੇ, ਕਿਸੇ ਚੀਜ਼ ਦਾ,
ਕਹਿੰਦੇ ਉਹ ਤਿੰਨ ਚੀਜ਼ਾਂ ਤੇ ਹੰਕਾਰ ਕਰਦਾ, ਇੱਕ ਤਨ ਤੇ, ਇੱਕ ਮਨ ਤੇ, ਇੱਕ ਤਨ ਤੇ। ਔਰ ਸੱਚੀ ਗੱਲ ਇਹ ਹੈ, ਉਹਨਾਂ ਸਮਝਾਇਆ ਹਰ ਗੁਰਸਿੱਖ ਨੂੰ ਕਿ ਨਾ ਤਨ ਤੇਰਾ, ਨਾ ਮਨ ਤੇਰਾ, ਨਾ ਤਨ ਤੇਰਾ। ਇਹਦਾ ਹੰਕਾਰ ਤਿਆਗ ਦੇ, ਇਹ ਤੇਰੇ ਨਹੀਂ ਹਨ। ਕਿਉਂਕਿ ਜੇ ਤੇਰੇ ਹੁੰਦੇ ਫਿਰ ਤੇ ਮਾਂ-ਬਾਪ ਵੀ ਤੇ ਨਾਲ ਲੈ ਕੇ ਜਾਂਦੇ। ਇਸ ਲਈ ਜਦੋਂ ਤੂੰ ਮਨ ਵਿੱਚ ਇਹ ਗੱਲ ਇੱਥੇ ਕਲਿੱਕ ਕਰੇਗਾ, ਜਿਵੇਂ ਕੰਪਿਊਟਰ ਤੇ ਲੈਪਟਾਪ ਤੇ ਕਲਿੱਕ ਕਰਦੇ ਆ ਕਿ ਮੇਰਾ ਮੁਝ में कुछ नहीं, जो कुछ है सो तेरा, तेरा तुझको सौंपे है, क्या लागे है मेरा। फिर ਜਦੋਂ ਮੇਰਾ ਹੈ ਹੀ ਨਹੀਂ, ਫਿਰ ਮੈਂ ਹੰਕਾਰ ਥੋੜਾ ਕਰਾਂਗਾ। ਜਿੱਥੇ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ ਗੁਰਮੁਖੋ ਪਿਆਰਿਓ, ਉੱਥੇ ਬੜੀਆਂ ਮਹਿੰਗੀਆਂ ਮਸ਼ੀਨਾਂ ਵੀ ਹੁੰਦੀਆਂ ਨੇ। ਜੇ ਕੋਈ ਦਫ਼ਤਰ 'ਚ ਕੰਮ ਕਰਦਾ, ਕੰਪਿਊਟਰ ਬੜੇ ਮਹਿੰਗੇ ਨੇ, ਹੋਰ ਚੀਜ਼ਾਂ ਬੜੀਆਂ ਮਹਿੰਗੀਆਂ। ਪਰ ਤੁਸੀਂ ਆਪਣੇ ਦਿਲ 'ਚ ਝਾਤੀ ਮਾਰੋ, ਕਦੇ ਉਹਨਾਂ ਚੀਜ਼ਾਂ ਦਾ ਤੁਸੀਂ ਹੰਕਾਰ ਕੀਤਾ? ਸਾਰਾ ਦਿਨ ਅਸੀਂ ਉਸ ਫੈਕਟਰੀ 'ਚ ਰਹਿੰਦੇ ਹਾਂ, ਦੁਕਾਨ ਤੇ ਰਹਿੰਦੇ ਹਾਂ, ਦਫ਼ਤਰ 'ਚ ਰਹਿੰਦੇ ਹਾਂ। ਕਿੰਨੀ ਮਹਿੰਗੀ ਬਿਲਡਿੰਗ ਹੋਏਗੀ, ਕਦੇ ਉਹਦਾ ਹੰਕਾਰ ਕੀਤਾ? ਨਹੀਂ। ਇਸ ਲਈ ਨਹੀਂ ਕਿਉਂਕਿ ਸਾਨੂੰ ਪਤਾ ਹੈ ਉਹ ਸਾਡਾ ਨਹੀਂ ਹੈ। ਇਸੇ ਤਰ੍ਹਾਂ ਹੀ ਮਹਾਂਪੁਰਸ਼ਾਂ ਨੇ ਕਿਹਾ, ਜਦੋਂ ਤੁਸੀਂ ਤਨ ਮਨ ਧਨ ਨੂੰ ਪਰਮਾਤਮਾ ਦਾ ਸਮਝ ਲਓ ਕਿ ਮੇਰਾ ਨਹੀਂ ਹੈ, ਔਰ ਇਹ ਕਿਵੇਂ ਕਹਿੰਦੇ, ਤਨ ਮਨ ਧਨ ਸੌਂਪ ਗੁਰ ਕੋ। ਜਦੋਂ ਗੁਰੂ ਨੂੰ ਸੌਂਪ ਦਿੰਦੇ ਆ ਫਿਰ ਕਿਆ ਲਾਗੇ ਮੇਰਾ, ਹੁਕਮ ਮੰਨੀਏ ਪਾਈਏ। ਸੌਂਪ ਦਈਏ ਜਦੋਂ ਗੁਰੂ ਨੂੰ, ਸਾਧ ਸੰਗਤ ਸਾਨੂੰ ਚਿੰਤਾ ਵੀ ਇਹਦੀ ਹੁੰਦੀ। ਇੱਕ ਰਾਜਾ ਗੁਰੂ ਜੀ ਕੋਲ ਗਿਆ, ਆਖਣ ਲੱਗਾ, ਬਾਬਾ ਜੀ ਮੈਂ ਤੇ ਬੜੀ ਚਿੰਤਾ 'ਚ, ਰਾਜ ਚਲਾਉਣਾ ਬੜਾ ਔਖਾ ਹੈ, ਬਹੁਤ ਹੀ ਔਖਾ ਹੈ। ਕਦੇ ਕ੍ਰਾਈਮ ਵੱਧ ਗਿਆ, ਕਦੇ ਬਜਟ ਘਟ ਗਿਆ, ਕਦੇ ਕੁਝ ਬੜਾ ਔਖਾ ਹੈ। ਲੜਕਾ ਮੇਰਾ, ਮਹਾਰਾਜ ਨੇ ਕਿਹਾ ਤੂੰ ਧੱਕਾ ਲੜਕੇ ਨੂੰ ਦੇ ਦੇ। ਕਹਿ ਲਓ ਤੇ ਛੋਟਾ ਹੈ, ਉਹ ਤੇ ਭਾਰ ਮੈਂ ਕਿਵੇਂ ਪਾਵਾਂ। ਫਿਰ ਗੁਰੂ ਜੀ ਨੇ ਕਿਹਾ, ਕਹਿੰਦੇ ਫਿਰ ਮੈਨੂੰ ਦੇ ਦੇ ਤੂੰ, ਰਾਜ ਜਿਹੜਾ ਹੈ ਉਹ ਮੈਨੂੰ ਦੇ ਦੇ। ਕਹਿਣ ਲੱਗਾ, ਹਾਂ ਇਹ ਠੀਕ ਹੈ ਬਾਬਾ ਜੀ, ਤੁਸੀਂ ਲੈ ਲਓ। ਇਹ ਆਖਣ ਲੱਗਾ, ਗੁਰੂ ਜੀ ਨੇ ਕਿਹਾ ਵੀ ਹੁਣ ਤੂੰ ਕੀ ਕਰੇਂਗਾ? ਕਹਿਣ ਲੱਗਾ, ਮੈਂ ਖਜ਼ਾਨੇ 'ਚੋਂ ਥੋੜੇ ਪੈਸੇ ਲੈ ਲੈਂਦਾ ਔਰ ਮੈਂ ਆਪਣਾ ਗੁਜ਼ਾਰਾ ਚਲਾ ਲਾਂਗਾ। ਮਹਾਰਾਜ ਆਖਣ ਲੱਗੇ, ਉਹ ਤੇ ਤੇਰਾ ਨਹੀਂ ਹੈ, ਖਜ਼ਾਨਾ ਜਿਹੜਾ ਵੀ ਹੈ ਪਬਲਿਕ ਦਾ ਹੈ, ਰਾਜ ਦਾ, ਤੇਰਾ ਨਹੀਂ ਹੈ। ਤੂੰ ਉੱਥੋਂ ਕਿਵੇਂ ਲੈ ਲੇਂਗਾ? ਉੱਥੋਂ ਨਹੀਂ ਲੈ ਸਕਦਾ। ਫਿਰ ਕਹਿਣ ਲੱਗਾ, ਅੱਛਾ ਮੈਂ ਫਿਰ ਕਿਤੇ ਨੌਕਰੀ ਲੱਭ ਲੈਂਦਾ। ਤੇ ਅੱਗੇ ਗੁਰੂ ਜੀ ਨੇ ਕਿਹਾ, ਅੱਛਾ ਤੂੰ ਨੌਕਰੀ ਲੱਭਣੀ ਹੈ ਤੇ ਤੂੰ ਮੇਰੀ ਨੌਕਰੀ ਕਰ ਲੈ। ਸਾਧ ਸੰਗਤ ਗੱਲ ਬੜੀ ਛੋਟੀ ਹੈ ਪਰ ਹੈ ਬੜੀ ਵੱਡੀ। ਕਹਿਣ ਲੱਗੇ ਨੌਕਰੀ ਕਰਨੀ ਹੈ ਤੇ ਮੇਰੀ ਕਰ ਲੈ। ਕਹਿਣ ਲੱਗੇ ਹੁਕਮ ਕਰੋ। ਕਹਿਣ ਲੱਗੇ ਹੁਣ ਤੂੰ ਮੇਰਾ ਨੌਕਰ ਬਣ ਕੇ ਰਾਜ ਨੂੰ ਚਲਾ, ਰਾਜ ਚਲਾਣਾ ਤੂੰ ਹੀ ਹੈ ਪਰ ਮੇਰਾ ਨੌਕਰ ਬਣ ਕੇ ਚਲਾ। ਔਰ ਸੰਤ ਜਨੋਂ ਉਹਨੇ 1 ਸਾਲ ਪੂਰਾ ਚਲਾਇਆ। ਜਦੋਂ ਸਾਲ ਬਾਅਦ ਬਾਬਾ ਜੀ ਆਏ, ਮਹਾਰਾਜ ਆਏ, ਸੁਣਾ ਭਾਈ ਕਿਸ ਤਰ੍ਹਾਂ? ਕਹਿੰਦਾ ਜੀ ਮੌਜਾਂ ਲੱਗ ਰਹੀਆਂ ਪਈਆਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਮੈਂ ਨੌਕਰੀ ਕਰਕੇ ਆਰਾਮ ਨਾਲ ਘਰ ਜਾ ਕੇ ਸੌਣਾ ਤੇ ਰਾਜ ਚਲਾ ਰਿਹਾ, ਤੇ ਰਾਜ ਅੱਗੇ ਤੋਂ ਹੀ ਵਧੀਆ ਚੱਲੇ ਪਿਆ। ਇਸ ਲਈ ਗੁਰਮੁਖੋ ਪਿਆਰਿਓ, ਹੰਕਾਰ ਜਿਹੜਾ ਹੈ, ਅਸੀਂ ਜੋ ਕੁਝ ਵੀ ਆਪਣੇ ਕੋਲ ਹੈ, ਜਦੋਂ ਅਸੀਂ ਹਰੀ ਦਾ ਮੰਨ ਲੈਂਦੇ ਹਾਂ, ਗੁਰੂ ਦਾ ਮੰਨ ਲੈਂਦੇ ਹਾਂ, ਫਿਰ ਹੰਕਾਰ ਨਹੀਂ ਆਉਂਦਾ। ਅਸੀਂ ਦੇਖਿਆ ਨਾ, ਉਹ ਰਾਜਾ ਜਨਕ ਜੀ ਦੀ ਇੱਕ ਕਥਾ ਹੁੰਦੀ ਹੈ ਕਿ ਇੱਕ ਵਾਰੀ
ਸਤਸੰਗ ਲੱਗਾ ਸੀ ਤੇ ਹੋਰ ਵੀ ਕਈ ਸਾਧੂ ਜਿਹੜੇ ਘਰ-ਬਾਰ ਛੱਡ ਕੇ ਆਏ ਹੁੰਦੇ ਨੇ, ਕਈ ਸਾਧੂ ਸੰਗਤ 'ਚ ਬੈਠੇ ਸੀ ਔਰ ਆਵਾਜ਼ ਆਈ। ਰਾਜਾ ਜਨਕ ਨੂੰ ਬੇਦੇਹਾ ਗਿਣਿਆ ਗਿਆ ਕਿ ਦੇਹ 'ਚ ਰਹਿੰਦੇ ਸੀ ਪਰ ਵਿਦੇਹੀ ਸਨ। ਔਰ ਕਈ ਇਹ ਪੁੱਛਣ ਵੀ ਤੂੰ ਦੇਹ 'ਚ ਸਭ ਕੁਝ ਖਾਂਦੇ ਪੀਂਦੇ ਉਸੇ ਤਰ੍ਹਾਂ ਹੈ, ਤੂੰ ਵਿਦੇਹੀ ਕਿਵੇਂ ਹੋ ਗਏ? ਔਰ ਉਹਨਾਂ ਕਿਹਾ ਜਦੋਂ ਸਮਾਂ ਆਏਗਾ ਦੱਸਾਂਗੇ। ਔਰ ਉਹ ਸੰਗਤ ਲੱਗੀ ਹੋਈ, ਕੀਰਤਨ ਚੱਲ ਰਿਹਾ ਸੀ, ਹਰੀ ਚਰਚਾ ਚੱਲ ਰਹੀ ਸੀ, ਪਾਵਨ ਅੰਮ੍ਰਿਤ ਬਾਣੀ ਚੱਲ ਰਹੀ ਸੀ ਔਰ ਉੱਥੋਂ ਸੁਨੇਹਾ ਆਇਆ ਕਿ ਮਹਿਲ ਨੂੰ ਅੱਗ ਲੱਗ ਗਈ ਹੈ। ਕਹਿਣ ਲੱਗੇ ਕੋਈ ਨਹੀਂ, ਲੱਗ ਗਈ ਹੈ ਤੇ ਕੀਰਤਨ ਚੱਲਦਾ ਰੱਖੋ। 2 ਮਿੰਟ 4 ਮਿੰਟ ਫਿਰ ਆ ਗਿਆ, ਵੀ ਸੁਨੇਹਾ ਆ ਗਿਆ ਕਿ ਅੱਗ ਜਿਹੜੀ ਹੈ ਉਹ ਤੁਹਾਡੇ ਬੈੱਡਰੂਮ ਤੱਕ ਪਹੁੰਚ ਗਈ ਹੈ। ਹੁਣ ਉਹ ਜਿਹੜਾ ਬੈੱਡਰੂਮ ਸੀ ਉਹਦੇ ਨਾਲ ਇੱਕ ਜਿਹੜਾ ਨਾਂਗਾ ਸਾਧੂ ਸੀ, ਉਹਦਾ ਆਸ਼ਰਮ ਸੀ, ਉਹਦਾ ਕਮਰਾ ਸੀ। ਉਹ ਚਿੰਤਾ 'ਚ ਪੈ ਗਏ, ਜਿਹੜੇ ਉੱਥੇ ਉਹਨਾਂ ਦੇ ਸਾਧੂਆਂ ਦੇ ਕਮਰੇ ਸਨ। ਇਹ ਤੇ ਸਾਡੇ ਕਮਰੇ ਦੇ ਕੋਲ ਆ ਗਈ ਅੱਗ। ਤੇ ਸਾਧ ਸੰਗਤ, ਉਹ ਸਾਧੂ ਭੱਜਾ ਧੋਤੀ ਚੁੱਕ ਕੇ ਤੇ ਆਖਿਆ ਵੀ ਤੂੰ ਬਹਿ ਜਾ, ਸਤਸੰਗ ਕਰ ਲੈ। ਸਾਧ ਸੰਗਤ ਨਹੀਂ, ਭੱਜ ਗਿਆ। ਔਰ ਉਹ ਤੇ ਕੇਵਲ ਲੀਲਾ ਸੀ, ਕੇਵਲ ਇੱਕ ਪ੍ਰੀਖਿਆ ਸੀ, ਅੱਗ ਉੱਗ ਕੀ ਲੱਗਣੀ ਸੀ। ਉਹ ਭੱਜਾ, ਕਹਿੰਦੇ ਤੂੰ ਕਿਉਂ ਭੱਜਾ? ਕਹਿੰਦਾ ਮੇਰਾ ਲੋਟਾ ਉੱਥੇ ਰਹਿ ਗਿਆ। ਔਰ ਰਾਜਾ ਜਨਕ ਵਿਦੇਹੀ ਇਸ ਲਈ ਕਿ ਉਹਦੇ ਮਹਿਲ ਨੂੰ ਅੱਗ ਲੱਗ ਗਈ ਹੈ, ਇੰਨਾ ਕੀਮਤੀ ਸੋਨਾ ਚਾਂਦੀ ਸਭ ਕੁਝ, ਉਹਨੂੰ ਕੋਈ ਚਿੰਤਾ ਨਹੀਂ। ਔਰ ਉਹਦਾ ਲੋਟਾ ਹੀ ਇੱਕ, ਲੋਟੇ ਕਰਕੇ ਚਿੰਤਾ 'ਚ ਪਿਆ। ਸੋ ਇਸ ਲਈ ਸਾਧ ਸੰਗਤ, ਹੰਕਾਰ ਨੂੰ ਤਿਆਗਣ ਦਾ ਸੌਖਾ ਤਰੀਕਾ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸਮਝਾਇਆ ਕਿ ਭਾਈ ਤੁਸੀਂ ਪਰਮਾਤਮਾ ਦੇ ਬਣ ਜਾਓ, ਪਰਮਾਤਮਾ ਨੂੰ ਸਮਰਪਣ ਕਰ ਦਿਓ ਸਭ ਕੁਝ। ਇੱਕ ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕਰ ਸੁਆਮੀ ਪ੍ਰਭ ਮੇਰਾ। कबीर तू करता तू बया मुझ में रहा ना हूं, जा बापा पर का मिट गया जित देखा तित तू। इस वास्ते गुरमुखो प्यारिओ, बहुत ही सौखे तरीके ने जिन्हां नूं वरत के असी इस मलामत तो, इस बीमारी तो असी बच सकने। दास आप सारिਆਂ वास्ते अरदास करदा है। घरां 'ਚ लड़ाइयां ਹੁੰਦੀਆਂ हंकार करके, समाजां 'ਚ लड़ाइयां ਹੁੰਦੀਆਂ हंकार करके, देशां 'ਚ झगड़े ਹੁੰਦੇ ਨੇ हंकार करके। आ वेख्या नहीं पिछे जे इलैक्शन भी हो गई है, लेकिन हंकार इन्ना ज्यादा कि ट्रंप जान ही नहीं छड़दा। इस वास्ते बंदे दा हंकार भी भाई, सच्ची गल है, बंदे नूं जदों ना माड़ी किस्मत हो जाए, ਤੁਸੀਂ ਇਹ ਜਰਾ ਕੁ ਸੋਚੋ, ਜੇ ਟਰੰਪ ਉਦਣ ਕਹਿ ਦਿੰਦਾ ਮਾਰੇ ਠੀਕ ਹੈ, ਜੋ ਪਬਲਿਕ ਦਾ ਹੈ ਫੈਸਲਾ ਮੈਂ ਸਿਰ ਮੱਥੇ ਤੇ ਉਹਨੂੰ ਸਵੀਕਾਰਦਾ ਹਾਂ, ਤੇ 4 ਸਾਲ ਬਾਅਦ ਫਿਰ ਕੋਸ਼ਿਸ਼ ਕਰ ਲਾਂਗਾ। ਤੇ ਮੈਂ ਉਦਾਂ ਹੀ ਸੋਚਦਾ ਸੀ ਜੇ ਇੰਜ ਕਹਿੰਦਾ ਤੇ 4 ਸਾਲ ਬਾਅਦ ਉਹਨੇ ਫਿਰ ਜਿੱਤ ਜਾਣਾ ਸੀ, ਕਿਉਂਕਿ ਵੋਟਾਂ ਇੰਨੀਆਂ ਜ਼ਿਆਦਾ ਉਹਨੂੰ ਮਿਲੀਆਂ ਸੀ, 75 ਮਿਲੀਅਨ ਵੋਟਾਂ ਉਹਨੂੰ ਮਿਲੀਆਂ। ਉਹਦੀ ਮਤਲਬ ਲੀਡਰਸ਼ਿਪ ਤੇ ਬਣੀ ਸੀ। ਲੇਕਿਨ ਸਿਰਫ ਇੰਨਾ ਹੀ ਜੇ ਕਹਿੰਦਾ ਕਿ ਦੇਸ਼ ਵਾਸੀਓ, ਅਮਰੀਕਨੋ, ਤੁਸੀਂ ਇਸ ਵੇਲੇ ਜੋ ਬਾਈਡਨ ਨੂੰ ਚੁਣਿਆ, ਹੰਕਾਰ ਛੱਡਦਾ, ਜਿੱਦ ਛੱਡਦਾ, ਤੇ ਕਹਿੰਦਾ ਕਿ ਮੈਂ ਤੁਹਾਡਾ ਫੈਸਲਾ ਸਿਰ ਮੱਥੇ ਤੇ, ਭਾਵੇਂ ਅਗਲਾ 1 ਵੋਟ ਤੇ ਹੀ ਜਿੱਤੇ, ਡੈਮੋਕ੍ਰੇਸੀ ਹੈ, ਲੋਕਾਂ ਦੇ ਹੱਥ, ਇਹੀ ਤੇ ਜਨਤੰਤਰ ਕਿਹਾ ਜਾਂਦਾ ਹੈ। ਤੇ ਜੇ ਇਹ ਕਹਿੰਦਾ ਤੇ ਪੱਕੀ ਗੱਲ ਹੈ 4 ਸਾਲ ਬਾਅਦ ਲੋਕਾਂ ਨੇ ਉਹਨੂੰ ਫਿਰ ਜਿਤਾ ਦੇਣਾ ਸੀ। ਇਸ ਵਾਸਤੇ ਸਾਧ ਸੰਗਤ ਲੋਕੀ ਸਮਝਦੇ ਹਨ ਇਹਦੀ ਕੀਮਤ ਇੰਨੀ ਨਹੀਂ ਗਿਣਦੇ ਵਿਨਿਮਰਤਾ ਦੀ,
ਲੇਕਿਨ ਇੱਕ ਹਰੀ ਦੀ, ਅਕਾਲ ਪੁਰਖ ਦੀ, ਇੱਕ ਪਰਮਾਤਮਾ ਦੀ ਸੋਹਣ ਦੀ ਇਹ ਨਿਯਮ ਬਣੇ ਨੇ ਕਿ ਤੁਸੀਂ ਕਿਸੇ ਚੀਜ਼ ਨੂੰ ਜੇ ਭਰਨਾ ਹੈ ਤੇ ਖਾਲੀ ਕਰਕੇ ਹੀ ਭਰ ਸਕਦੇ, ਭਰੀ ਦੇ ਉੱਤੇ ਨਹੀਂ ਭਰ ਸਕਦੇ। ਜਿਸ ਤਰ੍ਹਾਂ ਇੱਕ ਮਹਾਂਪੁਰਸ਼ਾਂ ਕੋਲੋਂ ਇੱਕ ਜਰਮਨ ਗਿਆ ਤੇ ਉਹ ਆਇਆ, ਕਹਿਣ ਲੱਗਾ ਮੈਨੂੰ ਬ੍ਰਹਮ ਗਿਆਨ ਦੇ ਦਿਓ, ਮੈਨੂੰ ਰੱਬ ਨਾਲ ਜੋੜ ਦਿਓ। ਜਿੰਨੇ ਵੀ ਬ੍ਰਹਮ ਗਿਆਨ ਲੈਣਾ ਸੋਚੋ, ਖਾਲੀ ਹੋ ਕੇ ਜਾਓਗੇ ਫਿਰ ਮਿਲੇਗਾ। ਜੇ ਆਪਣੀਆਂ ਸਿਆਣਪਾਂ, ਆਪਣੀ ਚੌਧਰ, ਆਪਣਾ ਹੰਕਾਰ ਉਹ ਨਾਲ ਚੁੱਕੀ ਫਿਰੋਗੇ, ਬ੍ਰਹਮ ਗਿਆਨ ਨਹੀਂ ਮਿਲਦਾ। ਫਿਰ ਤੇ ਨਾਮ ਵੀ ਨਹੀਂ ਮਿਲਦਾ, ਫਿਰ ਅਖਰੀ ਨਾਮ ਹੀ ਨਹੀਂ ਮਿਲਦਾ, ਵੱਖਰੀ ਨਾਮ ਦੀ ਤੇ ਗੱਲ ਹੀ ਹੋਰ। ਸੋ ਦਾਸ ਅਰਦਾਸ ਕਰਦਾ ਹੈ। ਉਹ ਮਹਾਂਪੁਰਸ਼ਾਂ ਕੋ ਗਿਆ, ਜਰਮਨ ਸੀ, ਤੇ ਚਾਹ ਪੀਣ ਲੱਗੇ ਤੇ ਕੇਟਲੀ ਚ ਪਾਈ ਜਾਣ ਤੇ ਉੱਤੋਂ ਡੁੱਲਣ ਲੱਗ ਪਈ। ਤੇ ਉਹ ਜਰਮਨ ਕਹਿੰਦਾ ਵਾਟ ਆਰ ਯੂ ਡੂਇੰਗ, ਇਹਦੇ ਵਿੱਚ ਹੋਰ ਤੁਸੀਂ ਡੋਲ ਰਹੇ ਹੋ? ਕਹਿੰਦਾ ਹਾਂ, ਭਰੀ ਦੇ ਵਿੱਚ ਮੈਂ ਪਾਣੀ, ਹੋਰ ਪਾਣੀ। ਕਹਿੰਦੇ ਇਹ ਨਹੀਂ ਪੈਣੀ। ਕਹਿੰਦੇ ਫਿਰ ਤੇਰਾ ਵੀ ਏਦਾਂ ਹੈ, ਪਹਿਲਾਂ ਆਪਣਾ ਹੰਕਾਰ ਛੱਡ, ਖਾਲੀ ਕਰ, ਫਿਰ ਹੀ ਤੇਰੇ ਬਰਤਨ ਦੇ ਵਿੱਚ ਮੈਂ ਗਿਆਨ ਪਾ ਸਕਣਾ। ਸੋ ਸਾਧ ਸੰਗਤ, ਦਾਸ ਨੇ ਕੋਸ਼ਿਸ਼ ਕੀਤੀ ਹੈ, ਜੋ ਸੰਤਾਂ ਦੇ ਕੋਲੋਂ ਸਿੱਖਿਆ, ਜੋ ਗੁਰੂ ਦੇ ਪਾਸੋਂ ਪ੍ਰਾਪਤ ਕੀਤਾ ਹੈ, ਔਰ ਜੋ ਸਾਧ ਸੰਗਤ ਦੀਆਂ ਆਸ਼ੀਰਵਾਦਾਂ ਮਿਲੀਆਂ ਨੇ, ਆਪ ਸਾਰਿਆਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਸਭ ਦਾ ਭਲਾ ਕਰੋ ਕਰਤਾਰ, ਮੇਰੀ ਮੰਗ ਹੈ ਇਹ ਦਾਤਾਰ, ਤੇਰਾ ਰੂਪ ਹੈ ਇਹ ਸੰਸਾਰ। ਹਰ ਬੰਦਾ ਮੇਰੇ ਮਾਲਕ ਦਾ ਰੂਪ ਹੈ, ਹਰ ਬੰਦੇ ਦਾ ਸਤਿਕਾਰ ਕਰੀਏ, ਕਿਸੇ ਨੂੰ ਨੀਵਾਂ ਨਾ ਗਿਣੀਏ। ਗਲਤੀ ਭੁੱਲ ਚੁੱਕ ਲਈ क्षमा ਮੰਗਦਾ। ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ ਜੀ।